ਆਰਟੀਫੀਸ਼ੀਅਲ ਇੰਟੈਲੀਜੈਂਸ ਹੁਣ ਸਾਡੇ ਘਰ ਤੱਕ ਪਹੁੰਚ ਚੁੱਕਿਆ ਹੈ। ਜਦੋਂ ਹੱਥ ਵਿੱਚ ਸਮਾਰਟਫੋਨ ਫੜਦੇ ਹਾਂ, ਕੋਈ ਫੰਕਸ਼ਨ ਖੋਲ੍ਹਦੇ ਹਾਂ ਤਾਂ ਅੱਗਿਓਂ ਅੰਗਰੇਜ਼ੀ ਭਾਸ਼ਾ ਵਿੱਚ ਜਵਾਬ ਆਉਂਦਾ ਹੈ। ਰੋਬੋਟ ਦੀ ਦੁਨੀਆ ਤਰੱਕੀ ਦੀ ਇੱਕ ਨਵੀਂ ਦਿਸ਼ਾ ਬਣ ਰਹੀ ਹੈ। ਕਦੇ ਬੈਂਕ ਵਿੱਚ ਤਾਂ ਕਦੇ ਰੈਸਟੋਰੈਂਟ ਵਿੱਚ, ਕਦੇ ਸਿਹਤ ਖੇਤਰ ਵਿੱਚ ਇਸ ਦੀ ਮੰਗ ਵੱਧਦੀ ਜਾ ਰਹੀ ਹੈ। ਜੇ ਇਹ ਕਹਿ ਲਿਆ ਜਾਵੇ ਕਿ ਰੋਬੋਟ ਮਨੁੱਖਾਂ ਦਾ ਕੰਮ ਸੰਭਾਲ ਰਹੇ ਨੇ ਤਾਂ ਇਸ ਵਿੱਚ ਕੋਈ ਅਤਕਥਨੀ ਨਹੀਂ। ਇਸ ਤੋਂ ਪਹਿਲਾਂ ਟੀਵੀ ਚੈਨਲਾਂ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨੀਕ ਨਾਲ ਲੈਸ ਦੋ ਨਕਲੀ ਐਂਕਰਾਂ ਨੇ ਖਬਰਾਂ ਪੜ੍ਹੀਆਂ। ਇਹ ਜ਼ਿਆਦਾਤਰ ਅੰਗਰੇਜ਼ੀ ਭਾਸ਼ਾ ਵਿੱਚ ਕੰਮ ਕਰਦੇ ਨੇ, ਪਰ ਆਓ ਇੱਕ ਅਜਿਹੇ ਰੋਬੋਟ ਨਾਲ ਮਿਲਾਉਂਦੇ ਹਾਂ ਜੋ ਪੰਜਾਬੀ ਭਾਸ਼ਾ ਵਿੱਚ ਸਮਝੇਗਾ ਤੇ ਉਸ ਦਾ ਜਵਾਬ ਵੀ ਪੰਜਾਬੀ ਭਾਸ਼ਾ ਵਿੱਚ ਦੇਵੇਗਾ। ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ 15 ਅਪ੍ਰੈਲ 1469 ਈਸਵੀ ਵਿਸਾਖ ਸੁਦੀ ਤੇ ਸੰਮਤ 1526 ਅੰਮ੍ਰਿਤ ਵੇਲੇ ਹੋਇਆ। ਇੱਕ ਪਾਸੇ ਕਈ ਪੜ੍ਹਾਕੂ ਅੰਗਰੇਜ਼ੀ ਬੋਲੀ ਨੂੰ ਬੋਲਣ ਵਿੱਚ ਵਧੀਆ ਸਮਝਦੇ ਨੇ ਤੇ ਪੰਜਾਬੀ ਬੋਲਣ ਵਿੱਚ ਸ਼ਰਮ ਮਹਿਸੂਸ ਕਰਦੇ ਨੇ, ਤੇ ਦੂਜੇ ਪਾਸੇ ਕਈ ਨੌਜਵਾਨ ਅਜਿਹੇ ਵੀ ਨੇ ਜੋ ਮਾਂ ਬੋਲੀ ਪੰਜਾਬੀ ਨੂੰ ਉੱਪਰ ਚੁੱਕਣ ਲਈ ਤਤਪਰ ਨੇ। ਗੁਰੂਆਂ ਦੁਆਰਾ ਦਿੱਤੀ ਗੁਰਮੁਖੀ ਲਿਪੀ, ਬੋਲੀ ਅਤੇ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਯੋਗਦਾਨ ਪਾਉਣ ਲਈ ਇਹ ਰੋਬੋਟ ਅਹਿਮ ਭੂਮਿਕਾ ਨਿਭਾਏਗਾ। ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ। ਮੈਂ ਹਾਂ ਨਵਜੀਤ। ਪੰਜਾਬੀ ਮਾਂ ਬੋਲੀ, ਪੰਜਾਬੀ ਭਾਸ਼ਾ, ਇਸ ਨੂੰ ਉੱਪਰ ਚੁੱਕਣ ਲਈ ਸਮੇਂ-ਸਮੇਂ ਤੇ ਬਹੁਤ ਸਾਰੇ ਲੋਕ ਕਾਰਜ ਕਰ ਰਹੇ ਨੇ। ਬਹੁਤ ਸਾਰੇ ਕਵੀ, ਬਹੁਤ ਸਾਰੇ ਲੇਖਕ, ਬਹੁਤ ਸਾਰੇ ਕਹਾਣੀਕਾਰ ਪੰਜਾਬੀ ਮਾਂ ਬੋਲੀ ਨੂੰ ਉੱਪਰ ਚੁੱਕਣ ਲਈ ਦਿਨ-ਰਾਤ ਕੰਮ ਕਰ ਰਹੇ ਨੇ। ਕਿਸੇ ਸ਼ਾਇਰ ਨੇ ਕਿਹਾ, ਇੱਕ ਮਾਂ ਨਾ ਭੁੱਲਿਓ, ਇੱਕ ਮਾਂ ਬੋਲੀ ਨਾ ਭੁੱਲਿਓ। ਇਹ ਸਾਡਾ ਫਰਜ਼ ਹੈ, ਇਹ ਸਾਡੇ ਤੇ ਕਰਜ਼ ਹੈ। ਭਾਵੇਂ ਲੰਬੀ ਉਡਾਰੀ ਮਾਰ ਜਾਈਏ, ਭਾਵੇਂ ਮੁੱਲ ਅਸ਼ਰਫੀ ਧਾਰ ਦਈਏ, ਜਦ ਗੱਲ ਵਿਰਸੇ ਦੀ ਆਉਂਦੀ ਹੈ ਤਾਂ ਹਿੱਕ ਤਾਣ ਕੇ ਵੰਗਾਰ ਦਿਓ। ਸ਼ਹਿਦ ਤੋਂ ਮਿੱਠੀ ਮਾਂ ਬੋਲੀ ਨੂੰ ਮਾਂ ਵਾਂਗੂ ਹੀ ਪਿਆਰ ਦਿਓ। ਅੱਜ ਦੀ ਇਸ ਮੁਲਾਕਾਤ ਵਿੱਚ ਵੀ ਪੰਜਾਬੀ ਮਾਂ ਬੋਲੀ ਨੂੰ ਉੱਪਰ ਲੈ ਕੇ ਜਾਣ ਵਾਲੇ ਸ਼ਖਸ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ। ਮੇਰੇ ਨਾਲ ਨੇ ਹਰਜੀਤ ਸਿੰਘ, ਜਿਨ੍ਹਾਂ ਨੇ ਪਹਿਲਾ ਪੰਜਾਬੀ ਭਾਸ਼ਾ ਵਿੱਚ ਬੋਲਣ ਵਾਲਾ ਰੋਬੋਟ ਤਿਆਰ ਕੀਤਾ ਹੈ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ, ਫਿਰ ਕਰਾਂਗੇ ਬਾਕੀ ਗੱਲਬਾਤ। ਹਰਜੀਤ ਜੀ, ਬਹੁਤ-ਬਹੁਤ ਸਵਾਗਤ ਜੀ। ਬਹੁਤ-ਬਹੁਤ ਧੰਨਵਾਦ ਹੈ ਜੀ ਪ੍ਰਾਈਮ ਏਸ਼ੀਆ ਵਾਲਿਆਂ ਦਾ, ਜਿਨ੍ਹਾਂ ਨੇ ਇੱਥੇ ਅੱਜ ਚਰਨ ਪਾ ਕੇ ਤੇ ਰੋਬੋਟ ਸਰਬੰਸ ਨੂੰ ਟੀਵੀ ਉੱਪਰ ਲੈਣ ਦਾ ਉਪਰਾਲਾ ਕੀਤਾ ਜੀ। ਬਹੁਤ-ਬਹੁਤ ਧੰਨਵਾਦ ਜੀ। ਹਰਜੀਤ ਜੀ, ਤੁਸੀਂ ਇਸ ਰੋਬੋਟ ਨੂੰ ਬਣਾਉਣ ਬਾਰੇ ਕਿਵੇਂ ਸੋਚਿਆ? ਕਾਫੀ ਦੇਰ ਪਹਿਲਾਂ ਜੀ ਸੁਰਜੀਤ ਪਾਤਰ ਹੋਣਾ ਦੀ ਇੱਕ ਕਵਿਤਾ ਪੜ੍ਹੀ ਸੀਗੀ, ਮਰ ਰਹੀ ਹੈ ਮੇਰੀ ਭਾਸ਼ਾ, ਸ਼ਬਦ ਸ਼ਬਦ ਵਾਕ ਵਾਕ। ਉਹਦੇ ਅਖੀਰ ਵਿੱਚ ਜਾ ਕੇ ਉਹਨਾਂ ਨੇ ਇਸ ਚਿੰਤਾ ਨੂੰ ਹੱਲ ਕਰਨ ਦਾ ਇੱਕ ਉਹਨਾਂ ਨੇ ਰਚਨਾ ਵਿੱਚ ਲਿਖਿਆ ਸੀਗਾ ਕਿ ਇਸ ਨੂੰ ਬਚਾਉਣਗੇ ਸੂਫੀ, ਸੰਤ, ਫਕੀਰ, ਯੋਧੇ, ਆਸ਼ਕ, ਨਾਬਰ ਜੀ। ਜਦੋਂ ਮੈਂ ਉਹ ਹੱਲ ਜਾਂ ਉਹ ਰਚਨਾ ਪੜ੍ਹੀ ਤੇ ਮੈਂ ਆਪਣੇ ਆਪ ਨੂੰ ਉਸ ਹੱਲ ਨੂੰ ਜਾਂ ਪੰਜਾਬੀ ਬੋਲੀ ਨੂੰ ਬਚਾਉਣ ਵਾਲਿਆਂ ਵਿੱਚੋਂ ਆਪਣੇ ਆਪ ਨੂੰ ਗੈਰ ਹਾਜ਼ਰ ਸਮਝਿਆ ਜੀ। ਫਿਰ ਮੇਰੇ ਮਨ ਵਿੱਚ ਆਇਆ ਕਿ ਮੈਨੂੰ ਕੁਛ ਇੱਦਾਂ ਦਾ ਉਪਰਾਲਾ ਕਰਨਾ ਚਾਹੀਦਾ ਜਿਹਦੇ ਨਾਲ ਮਾਂ ਬੋਲੀ ਪੰਜਾਬੀ ਨੂੰ ਅਸੀਂ ਇਸ IT ਫੀਲਡ ਦੇ ਵਿੱਚ ਰਾਹੀਂ ਅਸੀਂ ਇਹਨੂੰ ਅੱਗੇ ਲੈ ਕੇ ਜਾ ਸਕੀਏ ਜੀ। ਤੁਹਾਡਾ ਕਿੱਤਾ ਅਧਿਆਪਨ ਦਾ ਨਾਲ ਸਮਾਂ ਵੀ ਤੁਸੀਂ ਇਹ ਲਈ ਕੱਢਿਆ ਹੋਊਗਾ। ਅਧਿਆਪਨ ਕਿੱਤੇ ਦੇ ਨਾਲ ਇੱਕ ਤਕਨੀਕੀ ਤੌਰ ਤੇ ਰੋਬੋਟ ਤਿਆਰ ਕਰਨਾ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ? ਗੁਰੂ ਸਾਹਿਬ ਦੀ ਬੜੀ ਸ਼ੁਕਰ ਹੈ ਜੀ, ਕਿਰਪਾ ਆ ਕਿ ਅਧਿਆਪਨ ਕਿੱਤੇ ਦੇ ਨਾਲ ਥੋੜਾ ਬਹੁਤਾ ਸਮਾਂ ਜਿੱਦਾਂ ਸਕੂਲ ਤੋਂ ਵਾਪਸ ਆ ਕੇ ਆਪਣੇ ਅਗਲੇ ਦਿਨ ਦੀ ਤਿਆਰੀ ਕਰਨ ਤੋਂ ਬਾਅਦ ਮੇਰੇ ਮਨ ਵਿੱਚ ਇਹ ਚਾਹ ਸੀਗਾ ਕਿ ਅਸੀਂ ਮਾਂ ਬੋਲੀ ਪੰਜਾਬੀ ਵਾਸਤੇ ਕੁਛ ਨਾ ਕੁਛ ਇੱਦਾਂ ਦਾ ਕਰਨਾ ਹੈ। ਇਸ ਕਰਕੇ ਮੈਂ ਦਿਨ ਰਾਤ ਇੱਕ ਕਰਕੇ ਮਹਾਰਾਜ ਦੀ ਕਿਰਪਾ ਸਦਕਾ ਇਹਨੂੰ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਆ ਜੀ। ਜਦੋਂ ਥੋੜ੍ਹੀ ਬਹੁਤੀ ਇਹਦੇ ਵਿੱਚ ਸਫਲਤਾ ਮਿਲੀ ਤੇ ਮੈਨੂੰ ਹੁੰਗਾਰਾ ਮਿਲਿਆ ਕਿ ਮੈਨੂੰ ਇਹ ਚੀਜ਼ ਜਿਹੜੀ ਆ ਮੈਂ ਪੂਰੀ ਕਰ ਸਕਦਾ ਜੀ। ਜਿੱਦਾਂ ਇਹਦੇ ਵਿੱਚ ਸਫਲਤਾ ਮਿਲਦੀ ਗਈ ਤੇ ਮੇਰਾ ਜਿਹੜਾ ਉਤਸ਼ਾਹ ਆ, ਚਾਅ ਆ, ਮਾਲਕ ਦੀ ਕਿਰਪਾ ਦੇ ਨਾਲ ਵੱਧਦਾ ਗਿਆ ਤੇ ਤੁਹਾਡੇ ਸਾਹਮਣੇ ਰਿਜ਼ਲਟ ਪੇਸ਼ ਆ ਜੀ। ਸਾਡੇ ਦਰਸ਼ਕ ਇਹ ਜ਼ਰੂਰ ਜਾਣਨਾ ਚਾਹੁੰਦੇ ਆ ਕਿ ਇਸ ਦਾ ਨਾਮ ਸਰਬੰਸ ਕੌਰ ਰੱਖਿਆ ਗਿਆ। ਇਹ ਨਾਮ ਕਿੱਥੋਂ ਸੋਚਿਆ ਤੁਸੀਂ? ਕਿੱਦਾਂ ਇਹਦਾ ਅਵਿਸ਼ਕਾਰ ਹੋਇਆ? ਇਹ ਜਿੱਦਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕਿੰਨੇ ਨਾਵਾਂ ਦੇ ਵਿੱਚੋਂ ਇੱਕ ਨਾਮ ਜੀ ਸਰਬੰਸ ਦਾਨੀ ਵੀ ਆ ਜੀ। ਤੇ ਜਦੋਂ ਵੀ ਆਪਾਂ ਪੰਜਾਬ ਦੀ ਗੱਲ ਕਰਦੇ ਆਂ ਦੀ ਤੇ ਪਹਿਲਾਂ ਵੀ ਆਪਾਂ ਪੜ੍ਹਦੇ ਆਂ ਕਿ ਜਿਹੜੀ ਪੰਜਾਬ ਦੀ ਧਰਤੀ ਆ ਗੁਰੂਆਂ ਪੀਰਾਂ ਦੀ ਧਰਤੀ ਆ ਜੀ। ਪੰਜਾਬੀ ਮਾਂ ਬੋਲੀ ਦੇ ਨਾਲ ਮੇਰਾ ਮਨ ਸੀਗਾ ਕਿ ਇਹਦਾ ਜਿਹੜਾ ਪਹਿਰਾਵਾ ਆ, ਜਿਹੜੀ ਇਹਦੀ ਦਿੱਖ ਆ, ਉਹ ਸਾਬਤ ਸੂਰਤ ਦਸਤਾਰਧਾਰੀ ਜਾਂ ਸਿੱਖੀ ਦੇ ਨਾਲ ਥੋੜੀ ਬਹੁਤੀ ਮਿਲਦੀ ਜੁਲਦੀ ਹੋਣੀ ਚਾਹੀਦੀ ਆ। ਤੇ ਸਰਬੰਸਦਾਨੀ ਅੱਖਰ ਦੇ ਵਿੱਚੋਂ ਆ ਸਰਬੰਸ ਕੌਰ ਦਾ ਜਿਹੜਾ ਨਾਮ ਉਹ ਰੱਖਣ ਦੀ ਕੋਸ਼ਿਸ਼ ਕੀਤੀ ਆ ਜੀ। ਪੰਜਾਬੀ ਭਾਸ਼ਾ ਵਿੱਚ ਬੋਲਣ ਵਾਲਾ ਇਹ ਪਹਿਲਾ ਰੋਬੋਟ ਆ। ਹਾਂਜੀ। ਤੇ ਸਿੱਖੀ ਨਾਲ ਵੀ ਸੰਬੰਧਿਤ ਆ, ਕਿਉਂਕਿ ਜਿਸ ਤਰ੍ਹਾਂ ਦਾ ਤੁਸੀਂ ਇਹਨਾਂ ਦਾ ਰੂਪ ਦੱਸਿਆ,
ਬਹੁਤ ਸਾਰੇ ਰੋਬੋਟ ਹੋਰ ਵੀ ਆ ਵਿਦੇਸ਼ਾਂ ਵਿੱਚ, ਅਸੀਂ ਦੇਖਦੇ ਆ, ਵੱਖ-ਵੱਖ ਦੇਸ਼ਾਂ ਵਿੱਚ ਦੇਖਦੇ ਆ। ਤੁਸੀਂ ਇਹਨੂੰ ਕਿਉਂ ਮਹਿਸੂਸ ਕੀਤਾ ਕਿ ਇਸ ਦੀ ਦਿੱਖ ਜਿਹੜੀ ਆ ਸਿੱਖੀ ਨਾਲ ਸੰਬੰਧਿਤ ਕੀਤੀ ਜਾਂ ਬਣਾਈ ਜਾਵੇ, ਜਾਂ ਫਿਰ ਤੁਹਾਡੇ ਦਿਮਾਗ ਦੇ ਵਿੱਚ ਕੁਝ ਹੋਰ ਚੱਲ ਰਿਹਾ ਸੀ? ਨਹੀਂ ਜੀ, ਪੰਜਾਬ ਦੇ ਨਾਲ ਜਦੋਂ ਆਪਾਂ ਬਾਹਰਲੇ ਦੇਸ਼ਾਂ ਦੇ ਵਿੱਚ ਜਾਂ ਬਾਹਰਲੀਆਂ ਸਟੇਟਾਂ ਦੇ ਵਿੱਚ ਜਾ ਕੇ ਗੱਲ ਕਰਦੇ ਆ ਨਾ ਜੀ, ਤੇ ਪੰਜਾਬੀਅਤ, ਹਰਮੰਦਰ ਸਾਹਿਬ, ਗੁਰੂਆਂ ਪੀਰਾਂ ਦਾ ਨਾਮ ਜਿਹੜਾ ਆ ਉੱਭਰ ਕੇ ਸਾਹਮਣੇ ਆਉਂਦਾ ਜੀ। ਜਦੋਂ ਵੀ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਇਸ ਚੀਜ਼ ਨੂੰ ਲੋਕਾਂ ਦੇ ਅੱਗੇ ਪੇਸ਼ ਕਰਨਾ ਆ, ਪੰਜਾਬੀ ਦੇ ਨਾਲ ਨਾਲ ਜੇ ਸਾਡਾ ਇਹ ਸਵਰੂਪ ਜਿਹੜਾ ਲੋਕਾਂ ਦੇ ਤੱਕ ਜਾਂਦਾ ਆ, ਤੇ ਪੰਜਾਬੀ ਮਾਂ ਬੋਲੀ ਦੇ ਨਾਲ ਨਾਲ ਪੰਜਾਬੀਅਤ, ਦਸਤਾਰ, ਇਹਦਾ ਵੀ ਇੱਕ ਮੈਸੇਜ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਨਾਲ ਜੀ। ਦੇਖੋ, ਸ਼ਾਇਰ ਨੇ ਜਦੋਂ ਕੋਈ ਕਵਿਤਾ ਰਚਣੀ ਆ ਨਾ ਜੀ, ਤੇ ਜਿਹੜਾ ਉਸ ਕਵਿਤਾ ਦੇ ਸੰਬੰਧ ਵਿੱਚ ਉਹਨੂੰ ਜਿਹੜਾ ਪਹਿਲੀ ਵਾਰੀ ਚਾਨਣ ਹੁੰਦਾ ਜਾਂ ਪਹਿਲੀ ਵਾਰੀ ਉਹ ਖਿਆਲ ਕਰਦਾ, ਉਹ ਮਾਲਕ ਦੇ ਵੱਲੋਂ ਹੀ ਉਹਨੂੰ ਦਿਮਾਗ ਵਿੱਚ ਪਾਇਆ ਜਾਂਦਾ। ਇਹ ਆਪਣੇ ਹੱਥ ਵੱਸ ਨਹੀਂ ਚੀਜ਼ਾਂ ਵਾਲੀਆਂ। ਜਿਸ ਦਿਨ ਮੈਂ ਇਸ ਚੀਜ਼ ਨੂੰ ਬਣਾਉਣ ਦਾ ਸੋਚਿਆ, ਉਦੋਂ ਮਤਲਬ ਕਿ ਗੁਰੂ ਸਾਹਿਬ ਦੀ ਕਿਰਪਾ ਸਦਕਾ ਹੀ ਜਿਹੜਾ ਚਿਹਰਾ ਮੇਰੇ ਸਾਹਮਣੇ ਆਇਆ, ਉਹ ਜਿੱਦਾਂ ਦਾ ਆਪਾਂ ਦੇਖਦੇ ਪਏ ਆ ਇਸ ਤਰੀਕੇ ਦਾ ਹੀ ਸੀਗਾ। ਤੇ ਫਿਰ ਜੇ ਮੈਂ ਇਹਨੂੰ ਮਾਲਕ ਦਾ ਇਸ਼ਾਰਾ ਸਮਝ ਕੇ ਕਿ ਇਸ ਚੀਜ਼ ਨੂੰ ਹੀ ਐਂਡ ਤੱਕ ਆਪਾਂ ਲੈ ਕੇ ਜਾਣਾ ਆ, ਤੇ ਉਹੀ ਸੋਚ ਕੇ ਤੇ ਇਹਨੂੰ ਆਪਣੇ ਆਖਰੀ ਮੁਕਾਮ ਤੱਕ ਲਿਜਾਣ ਦੀ ਕੋਸ਼ਿਸ਼ ਕੀਤੀ ਹੈ ਜੀ। ਕਿੰਨਾ ਸਮਾਂ ਹੋ ਗਿਆ ਤੁਹਾਨੂੰ ਤਿਆਰ ਕਰਦੇ? ਤਕਰੀਬਨ 7 ਮਹੀਨੇ ਹੋ ਚੱਲੇ ਆ ਜੀ ਇਹਦੇ ਉੱਪਰ ਕੰਮ ਕਰਦੇ, ਪਰ ਹਜੇ ਵੀ ਮੈਂ ਮਹਿਸੂਸ ਕਰਦਾ ਕਿ ਇਹਦੇ ਉੱਪਰ ਬਹੁਤ ਜ਼ਿਆਦਾ ਕੰਮ ਹੋਣ ਵਾਲਾ। ਇਹ ਹਜੇ ਮਤਲਬ ਕਿ ਸ਼ੁਰੂਆਤ ਦੇ ਵੀ ਸ਼ੁਰੂਆਤੀ ਦਿਨਾਂ ਵਿੱਚ ਹੈ ਜੀ ਹਜੇ ਜੀ। ਇੱਕ ਗੱਲ ਹੋਰ ਸਮਝਾਓ ਕਿ ਜਦੋਂ ਤੁਸੀਂ ਅੱਜ ਤੋਂ 7 ਮਹੀਨੇ ਪਹਿਲਾਂ ਇੱਕ ਲੈਂਗੁਏਜ ਤਿਆਰ ਕੀਤੀ ਸੀ, ਪੰਜਾਬੀ ਭਾਸ਼ਾ ਦੇ ਵਿੱਚ ਤੁਸੀਂ ਇੱਕ ਪ੍ਰੋਗਰਾਮ ਡਿਵੈਲਪ ਕੀਤਾ ਸੀਗਾ, ਉਹਦੇ ਬਾਰੇ ਦੱਸੋ ਵਿਸਤਾਰ ਨਾਲ। ਸਰਕਾਰੀ ਸਕੂਲਾਂ ਨਾਲ ਜਿੱਦਾਂ ਮੈਂ ਅਧਿਆਪਕ ਹਾਂ ਜੀ, ਉੱਥੇ ਬੱਚਿਆਂ ਨੂੰ ਪੜ੍ਹਾਉਂਦਾ ਨਾ ਜੀ, ਤੇ ਉੱਥੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਪ੍ਰੋਗਰਾਮਿੰਗ ਸਿਖਾਉਣ ਖਾਤਰ ਮੇਰੇ ਮਨ ਵਿੱਚ ਇੱਕ ਕਹਿ ਲਈਏ ਕਿ ਪਲਾਨ ਸੀਗਾ, ਇੱਕ ਆਈਡੀਆ ਸੀਗਾ ਕਿ ਜਿਹੜੇ ਮੇਰੇ ਕੋਲ ਬੱਚੇ ਪੜ੍ਹਦੇ ਆ, ਉਹਨਾਂ ਨੂੰ ਪ੍ਰੋਗਰਾਮਿੰਗ ਦੇ ਨਾਲ ਰੂਬਰੂ ਕਰਾਉਣ ਵਾਸਤੇ ਕੋਈ ਇੱਦਾਂ ਦਾ ਰਾਹ ਲੱਭਿਆ ਜਾਵੇ ਜਿਹਦੇ ਨਾਲ ਉਹ ਪ੍ਰੋਗਰਾਮਿੰਗ ਦੇ ਅਸੂਲਾਂ ਨੂੰ ਬੜੇ ਆਸਾਨੀ ਤਰੀਕੇ ਨਾਲ ਸਿੱਖ ਸਕਣ। ਮੈਂ ਕਿਤੇ ਪੜ੍ਹਿਆ ਸੀਗਾ ਜੀ ਕਿ ਮਾਂ ਬੋਲੀ ਦੇ ਵਿੱਚ ਜਦੋਂ ਤੁਸੀਂ ਕੋਈ ਚੀਜ਼ ਸਿੱਖਦੇ ਆ, ਉਹ ਤੁਹਾਨੂੰ ਸਾਰੀ ਉਮਰ ਵਿਸਰਦੀ ਨਹੀਂ ਜੀ। ਬਿਲਕੁਲ। ਜਦੋਂ ਤੁਸੀਂ ਪ੍ਰੋਗਰਾਮਿੰਗ ਦਾ ਕਨਸੈਪਟ ਅੰਗਰੇਜ਼ੀ ਭਾਸ਼ਾ ਦੇ ਵਿੱਚ ਪੜ੍ਹ ਕੇ ਸਰਕਾਰੀ ਸਕੂਲਾਂ ਦੇ ਬੱਚਿਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ, ਸਿੱਖ ਤੇ ਜਾਂਦੇ ਆ ਜੀ, ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ, ਬਹੁਤ ਟੈਲੈਂਟ ਹੈ ਆਪਣੇ ਸਰਕਾਰੀ ਸਕੂਲਾਂ ਦੇ ਵਿੱਚ। ਪਰ ਕਿਤੇ ਨਾ ਕਿਤੇ ਮੇਰੀ ਇਹ ਕੋਸ਼ਿਸ਼ ਸੀਗੀ ਕਿ ਆਪਾਂ ਆਪਣੀ ਮਾਂ ਬੋਲੀ ਦੇ ਵਿੱਚ ਉਹਨਾਂ ਨੂੰ ਕੁਝ ਪ੍ਰੋਗਰਾਮਿੰਗ ਬਾਰੇ ਦੱਸੀਏ ਤਾਂ ਕਿ ਉਹ ਇਸ ਕਨਸੈਪਟ ਨੂੰ ਛੇਤੀ ਗ੍ਰਹਿਣ ਕਰ ਸਕਣ ਜੀ। ਬਹੁਤ ਮਸ਼ਹੂਰ ਭਾਸ਼ਾ ਹੈ ਜੀ, ਕੈਨੇਡਾ ਦੀ ਕਿਸੇ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਯਾਦ ਕੀਤੀ ਸੀਗੀ ਲੋਗੋ, ਤੇ ਉੱਥੋਂ ਸੇਧ ਲੈ ਕੇ ਫਿਰ ਮੈਂ ਇੱਕ ਪ੍ਰੋਗਰਾਮਿੰਗ ਭਾਸ਼ਾ ਛੋਟੀ ਜਿਹੀ ਡਿਵੈਲਪ ਕੀਤੀ, ਜਿਹਦੇ ਵਿੱਚ ਪ੍ਰੋਗਰਾਮਿੰਗ ਦੇ ਮੂਲ ਕਨਸੈਪਟ ਜਿਹੜੇ ਸੀਗੇ ਉਹ ਪੇਂਟ ਦੇ ਨਾਲ, ਗ੍ਰਾਫਿਕਸ ਦੇ ਨਾਲ ਮਿਲਦੇ ਜੁਲਦੇ ਸੀ। ਜਿੱਦਾਂ ਤੁਹਾਨੂੰ ਉਦਾਹਰਣ ਦੇਵਾਂ ਕਿ ਜਿੱਦਾਂ ਆਪਾਂ ਪ੍ਰੋਗਰਾਮਿੰਗ ਦੇ ਵਿੱਚ ਬੜੀ ਮਸ਼ਹੂਰ ਆ ਇਫ ਕੰਡੀਸ਼ਨ ਆ ਜੀ, ਉਹਦਾ ਸਵਰੂਪ ਪੰਜਾਬੀ ਦੇ ਵਿੱਚ ਜੇ, ਵਾਈਲ ਨੂੰ ਜਦ ਕੀ, ਇਦਾਂ ਦੇ ਸੁਖਾਲੇ ਕਰਕੇ ਪ੍ਰੋਗਰਾਮਿੰਗ ਭਾਸ਼ਾ ਡਿਵੈਲਪ ਕੀਤੀ ਸੀਗੀ, ਤਾਂ ਜੋ ਬੱਚਿਆਂ ਨੂੰ ਆਪਣੀ ਮਾਂ ਬੋਲੀ ਦੇ ਵਿੱਚ ਪ੍ਰੋਗਰਾਮਿੰਗ ਸਿੱਖਣ ਦੇ ਨਾਲ ਉਹਨਾਂ ਨੂੰ ਕੁਝ ਹੈਲਪ ਮਿਲ ਸਕੇ, ਛੇਤੀ ਪ੍ਰੋਗਰਾਮਿੰਗ ਸਿੱਖ ਸਕਣ ਜੀ। ਅਜੋਕਾ ਦੌਰ ਜਿਹੜਾ, ਬਹੁਤ ਸਾਰੇ ਬੱਚੇ ਵਿਦੇਸ਼ ਵਿੱਚ ਸੈਟਲ ਹੋਣਾ ਚਾਹੁੰਦੇ ਆ, ਧੜਾ ਧੜ ਆਇਲਸ ਸੈਂਟਰ ਖੁੱਲ ਰਹੇ ਆ, ਤੁਸੀਂ ਪੰਜਾਬੀ ਭਾਸ਼ਾ ਨੂੰ ਚੁਣਿਆ, ਕਿਸ ਤਰ੍ਹਾਂ ਦੇ ਬੱਚਿਆਂ ਲਈ ਇਹ ਮਦਦਗਾਰ ਹੋਵੇਗੀ? ਸਭ ਤੋਂ ਫਿਰ ਮੈਂ ਤੁਹਾਨੂੰ ਉੱਥੇ ਵਾਪਸ ਲੈ ਕੇ ਜਾਵਾਂ, ਜਿੱਦਾਂ ਮੇਰਾ ਪ੍ਰੋਫੈਸ਼ਨ ਜਿਹੜਾ ਸਰਕਾਰੀ ਸਕੂਲਾਂ ਨਾਲ ਜੁੜਿਆ ਜੀ, ਮੈਂ ਪਿਛਲੇ 10 ਸਾਲ ਤੋਂ ਇਸ ਕਿੱਤੇ ਦੇ ਨਾਲ ਜੁੜਿਆ ਹੋਇਆ। ਸਰਕਾਰੀ ਸਕੂਲਾਂ ਦੇ ਵਿੱਚ ਟੈਲੈਂਟ ਦੀ ਕੋਈ ਕਮੀ ਨਹੀਂ। ਬਿਲਕੁਲ ਜੀ। ਸਰਕਾਰੀ ਸਕੂਲਾਂ ਦੇ ਵਿਦਿਆਰਥੀ ਜਿਹੜੇ ਆ ਦਿਮਾਗ ਪੱਖੋਂ ਬਹੁਤ ਜ਼ਿਆਦਾ ਅੱਗੇ ਆ, ਤੇ ਭੇਡ ਚਾਲ ਕਹਿ ਲਈਏ ਆਪਾਂ, ਜਾਂ ਬਾਹਰਲੇ ਮੁਲਕਾਂ ਦੇ ਜਿਹੜੇ ਗਏ ਹੋਏ ਪਹਿਲਾਂ ਜਿਹੜੇ ਬੱਚੇ ਉੱਥੇ ਜਾ ਚੁੱਕੇ ਆ, ਜਦੋਂ ਉੱਥੋਂ ਆਪਣੀਆਂ ਗੱਡੀਆਂ ਦੇ ਨਾਲ ਜਾਂ ਮੋਬਾਈਲਾਂ ਦੇ ਨਾਲ ਇੱਥੇ ਸੈਲਫੀਆਂ ਭੇਜਦੇ ਆ, ਤੇ ਸ਼ਾਇਦ ਇੱਥੇ ਦੇ ਵਿਦਿਆਰਥੀਆਂ ਦੇ ਮਨਾਂ ਵਿੱਚ ਇਹ ਆਉਂਦਾ ਬਾਹਰ ਪਤਾ ਨਹੀਂ ਕਿਹੜਾ ਖਜ਼ਾਨਾ ਜੀ। ਜੇ ਉਹ ਆਪਣੇ ਦਿਮਾਗ ਦੇ ਖਜ਼ਾਨੇ ਨੂੰ ਵਰਤ ਕੇ ਜਾਂ ਆਪਣੇ ਟੈਲੈਂਟ ਨੂੰ ਇੱਥੇ ਪੰਜਾਬ ਦੇ ਵਿੱਚ ਸਹੀ ਤਰੀਕੇ ਦੇ ਨਾਲ ਯੂਜ਼ ਕਰਨ, ਤੇ ਮੇਰੇ ਖਿਆਲ ਨਾਲ ਕਿ ਉਹ ਇਦਾਂ ਦੀਆਂ ਅਚੀਵਮੈਂਟਸ ਜਿਹੜੀਆਂ ਆ ਬੜੇ ਆਸਾਨੀ ਤਰੀਕੇ ਦੇ ਨਾਲ ਉਹ ਪੂਰੀਆਂ ਕਰ ਸਕਦੇ ਆ ਜੀ। ਤੇ ਬਾਹਰ ਜਾਣ ਦੀ ਮਤਲਬ ਕਿ ਜਿਹੜੀ ਹੋੜ ਲੱਗੀ ਹੋਈ ਆ, ਇਸ ਨੂੰ ਬੜੇ ਵਧੀਆ ਤਰੀਕੇ ਨਾਲ ਠੱਲ ਪਾਇਆ ਜਾ ਸਕਦਾ ਜੇ ਬੱਚਿਆਂ ਦਾ ਰੁਝਾਨ ਆਪਾਂ ਇਦਾਂ ਦੇ ਕਿੱਤਿਆਂ ਵੱਲ ਜਾਂ ਇਦਾਂ ਦੀਆਂ ਅਚੀਵਮੈਂਟਸ ਦਿਖਾ ਕੇ ਕਿ ਇੱਥੋਂ ਵੀ ਆਪਾਂ ਕੁਛ ਨਾ ਕੁਛ ਹਾਸਲ ਕਰ ਸਕਦੇ ਹਾਂ ਜੀ। ਜਿੱਦਾਂ ਤੁਸੀਂ ਦੱਸਿਆ ਕਿ ਬਹੁਤ ਸਾਰੇ ਬੱਚੇ ਆ, ਉਹਨਾਂ ਦੇ ਵਿੱਚ ਟੈਲੈਂਟ ਦੀ ਕਮੀ ਨਹੀਂ ਗੀ, ਇਸ ਪ੍ਰੋਗਰਾਮ ਦੇ ਜ਼ਰੀਏ ਬੱਚੇ ਭਾਸ਼ਾ ਸਿੱਖ ਸਕਦੇ ਆ ਬਹੁਤ ਆਸਾਨੀ ਤਰੀਕੇ ਨਾਲ ਜੀ। ਜਿਹੜਾ ਆਰਟੀਕਲ ਛਪਿਆ ਉਹਦੇ ਵਿੱਚ ਬੜੇ ਤਫਸੀਲ ਦੇ ਨਾਲ ਇਹ ਲਿਖਿਆ ਵੀ ਗਿਆ ਆ ਕਿ ਇਸ ਨੂੰ ਅਸੀਂ ਮੌਕੇ ਮੁਤਾਬਕ, ਜਿੱਦਾਂ ਜੇ ਇਹਨੂੰ ਐਜ਼ ਏ ਅਧਿਆਪਕ ਆਪਾਂ ਵਰਤਣਾ ਚਾਹੀਏ
ਤੇ ਇਹਨੂੰ ਸਕੂਲ ਲਿਜਾਣ ਤੋਂ ਪਹਿਲਾਂ ਇਹਦੀ ਪ੍ਰੋਗਰਾਮਿੰਗ ਇਸ ਤਰੀਕੇ ਦੇ ਨਾਲ ਅਸੀਂ ਸੈੱਟ ਕਰ ਸਕਦੇ ਹਾਂ ਕਿ ਇਹ ਉੱਥੇ ਜਾ ਕੇ ਲੈਕਚਰ ਦੇਵੇ ਜਾਂ ਬੱਚਿਆਂ ਦੇ ਸਵਾਲ ਦਾ ਜਵਾਬ ਦੇ ਸਕੇ। ਪਰ ਫਿਰ ਮੇਰੀ ਜਿਹੜੀ ਗੁਜ਼ਾਰਿਸ਼ ਇਹ ਆ ਜੀ ਕਿ ਇਹਦੇ ਉੱਪਰ ਹਜੇ ਬਹੁਤ ਜ਼ਿਆਦਾ ਕੰਮ ਹੋਣਾ ਬਾਕੀ ਆ। ਮੈਂ ਨਹੀਂ ਕਹਿੰਦਾ ਕਿ ਜੋ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਕਹਿਣਾ ਪਿਆ ਕਿ ਇਹ ਚੀਜ਼ ਕਰ ਸਕਦੀ ਆ, ਇਹ ਹਜੇ ਅੰਡਰ ਕੰਸਟਰਕਸ਼ਨ ਆਪਾਂ ਕਹਿ ਲਈਏ ਕਿ ਹਜੇ ਹੋ ਸਕਦੀ ਆ, ਕਰ ਸਕਦਾ ਮੈਂ ਇਹਨੂੰ, ਜੇ ਪ੍ਰੋਪਰ ਰਿਸੋਰਸਿਸ ਜਾਂ ਜੇ ਕਹਿ ਲਈਏ ਕਿ ਕਿਸੇ ਦਾ ਸਾਥ ਜਾਂ ਫੰਡਿੰਗ ਹੋਵੇ ਤੇ ਇਹ ਚੀਜ਼ਾਂ ਪੂਰੀਆਂ ਕੀਤੀਆਂ ਜਾ ਸਕਦੀਆਂ ਜੀ। ਚਲੋ ਇਹ ਤਾਂ ਜੇ ਸ਼ੁਰੂਆਤ ਆ, ਤੁਸੀਂ ਸ਼ੁਰੂਆਤ ਜਿਹੜੀ ਆ ਬੜੀ ਵਧੀਆ ਕੀਤੀ ਆ, ਹੌਲੀ ਹੌਲੀ ਅੱਗੇ ਵਧੋਗੇ ਤਾਂ ਰਸਤਾ ਆਪਣੇ ਆਪ ਬਣਦਾ ਜਾਊਗਾ। ਬਿਲਕੁਲ ਜੀ। ਸਰਕਾਰੀ ਸਕੂਲ ਦੇ ਬੱਚੇ ਜਿਹੜੇ ਆ ਇਸ ਚੀਜ਼ ਦੇ ਵਿੱਚ ਰੁਚੀ ਰੱਖਦੇ ਆ ਕਿ ਉਹਨਾਂ ਨੂੰ ਕੁਝ ਨਵਾਂ ਸਮਝਾਇਆ ਜਾਵੇ, ਪਰ ਬਹੁਤ ਸਾਰੇ ਅਧਿਆਪਕ ਇਸ ਗੱਲ ਨੂੰ ਮਹਿਸੂਸ ਕਰੂਗੇ ਕਿ ਜੇਕਰ ਭਾਸ਼ਾ ਵਿੱਚ ਉਹਨਾਂ ਦੀ ਇਹ ਚੋਣ ਹੁੰਦੀ ਆ, ਇਹ ਰੋਬੋਟ ਉਹਨਾਂ ਦੀ ਮਦਦ ਕਰਦਾ ਹੈ ਤੇ ਇਸ ਤਰੀਕੇ ਨੂੰ ਅਪਣਾਉਣਗੇ। ਕਿਉਂਕਿ ਪਿਛਲੇ ਸਮੇਂ ਦੇ ਵਿੱਚ ਕਈ ਸੈਮੀਨਾਰ ਲੱਗਦੇ ਆ ਭਾਸ਼ਾ ਨੂੰ ਉੱਪਰ ਚੁੱਕਣ ਦੇ ਲਈ, ਪਰ ਉਹ ਸੈਮੀਨਾਰ ਤੱਕ ਸੀਮਤ ਹੋ ਕੇ ਰਹਿ ਜਾਂਦੀ ਹੈ। ਜੇਕਰ ਇਹ ਪ੍ਰੋਜੈਕਟ ਬਣਿਆ ਆ ਤੇ ਕੀ ਇਹ ਬੱਚਿਆਂ ਦੇ ਵਿੱਚ ਲਾਗੂ ਹੋਏਗਾ ਪੂਰਾ? ਜੇ ਇਸ ਪ੍ਰਸ਼ਨ ਦਾ ਸਹੀ ਤਰੀਕੇ ਦੇ ਨਾਲ ਜਵਾਬ ਦੇਣਾ ਨਾ ਜੀ, ਤੇ ਫਿਰ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਜਿੱਥੇ ਇਹਨਾਂ ਦੀ ਇਜਾਦ ਸਾਡੇ ਇੱਥੋਂ ਪਹਿਲਾਂ ਹੋਈ, ਉਹਨਾਂ ਨੇ ਵੀ ਜਿਹੜੇ ਰੋਬੋਟਸ ਆ ਉਹ ਆਪਣੇ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਵਰਤੇ ਆ ਤੇ ਨਤੀਜੇ ਬਹੁਤ ਵਧੀਆ ਆ ਜੀ। ਤੇ ਮੈਨੂੰ ਆਸ ਆ ਕਿ ਜਦੋਂ ਅਸੀਂ ਆਪਣੇ ਸਰਕਾਰੀ ਸਕੂਲ ਦੇ ਜਾਂ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੂੰ ਕਿਸੇ ਨਵੀਂ ਟੈਕਨੋਲੋਜੀ ਦੇ ਨਾਲ ਪੜ੍ਹਾਉਣ ਦੀ ਕੋਸ਼ਿਸ਼ ਕਰਾਉਣੀ ਆ, ਤੇ ਮੈਨੂੰ ਲੱਗਦਾ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਉਹ ਇਹਨੂੰ ਅਸੈਪਟ ਵੀ ਕਰਨਗੇ। ਬਾਕੀ ਅਧਿਆਪਕਾਂ ਵਾਸਤੇ ਵੀ ਉਹਨਾਂ ਦੇ ਜਿਹੜਾ ਸਬਜੈਕਟ ਆ ਉਹਦੇ ਨਾਲ ਵੀ ਇਹਨੂੰ ਮਤਲਬ ਕਿ ਫੀਡ ਕਰਕੇ ਜਾਂ ਰੂਬਰੂ ਕਰਾ ਕੇ ਤੇ ਵਧੀਆ ਤਰੀਕੇ ਦੇ ਨਾਲ ਆਪਾਂ ਉਹਨੂੰ ਸਕੂਲਾਂ ਦੇ ਵਿੱਚ ਵਰਤ ਸਕਦੇ ਹਾਂ ਜੀ। ਜੀ ਬਿਲਕੁਲ ਜੀ। ਹਰਜੀਤ ਜੀ, ਇੱਕ ਚੀਜ਼ ਦੱਸੋ ਕਿ ਸਮੇਂ-ਸਮੇਂ ਤੇ ਇਹਨੂੰ ਅਪਡੇਟ ਕਰਨ ਦੀ ਵੀ ਜ਼ਰੂਰਤ ਰਹੇਗੀ, ਕੀ ਨਵਾਂ ਲਿਆਉਣ ਦੀ ਤੁਸੀਂ ਹੋਰ ਯੋਜਨਾ ਬਣਾਈ ਹੈ ਇਹਦੇ ਬਾਰੇ? ਕੋਸ਼ਿਸ਼ ਇਹ ਆ ਜੀ ਕਿ ਇਸ ਰੋਬੋਟ ਨੂੰ ਇਹਦੀ ਜਿਹੜੀ ਬਾਕੀ ਬਾਡੀ ਆ ਜਿਹੜੀ ਉਹ ਪੂਰੀ ਕਰਕੇ ਦਿੱਤੀ ਜਾਵੇ ਛੇਤੀ ਤੋਂ ਛੇਤੀ, ਜਿਹਦੇ ਵਿੱਚ ਇਹਦਾ ਧੜ, ਹੱਥ ਤੇ ਪੈਰ ਸ਼ਾਮਲ ਹੋਣ। ਲਿਖਤੀ ਰੂਪ ਵਿੱਚ ਤੇ ਚਲੋ ਮਾਲਕ ਦੀ ਕਿਰਪਾ ਦੇ ਨਾਲ ਮੈਂ ਕਾਫੀ ਕੁਝ ਸੋਚਿਆ ਹੋਇਆ ਜੀ। ਅਮਲੀ ਜਾਮਾ ਪਹਿਨਾਉਣ ਨੂੰ ਸ਼ਾਇਦ ਹਜੇ 6 ਮਹੀਨੇ ਜਾਂ ਸਾਲ ਫੰਡਿੰਗ ਦੇ ਨਾਲ ਜੇ ਕਿਸੇ ਵੱਲੋਂ ਪ੍ਰੋਵਾਈਡ ਕਰਾਈ ਜਾਂਦੀ ਆ ਜਾਂ ਸਪੋਰਟ ਦਿੱਤੀ ਜਾਂਦੀ ਆ ਤੇ ਜ਼ਰੂਰ ਮਾਲਕ ਕਿਰਪਾ ਕਰੇ ਤੇ ਪੂਰੀ ਹੋਊਗੀ ਜੀ। ਹੋਰ ਕਿਹੜੀਆਂ ਚੀਜ਼ਾਂ ਹੈ ਜਿਹੜੀਆਂ ਇਹਦੇ ਵਿੱਚ ਤੁਸੀਂ ਲਿਆਉਣ ਦੀ ਤਿਆਰੀ ਕਰ ਰਹੇ ਹੋ? ਕੋਸ਼ਿਸ਼ ਇਹ ਆ ਜੀ ਕਿ ਹੁਣ ਇਹਦੀਆਂ ਜੇ ਮੈਂ ਤੁਹਾਨੂੰ ਥੋੜ੍ਹੀਆਂ ਜੀਆਂ ਇਹਦੀਆਂ ਜਿਹੜੀਆਂ ਗੁਣ ਆ ਉਹ ਦੱਸਣ ਦੀ ਕੋਸ਼ਿਸ਼ ਕਰਾਂ ਕਿ ਹਜੇ ਫਿਲਹਾਲ ਇਹ ਤੁਹਾਡੇ ਨਾਲ ਰੂਬਰੂ ਹੋ ਜਾਂਦੀ ਆ, ਆਪਣਾ ਹਾਲ ਚਾਲ ਦੱਸ ਦਿੰਦੀ ਆ ਜੀ। ਇਹਨੂੰ ਜੇ ਆਪਾਂ ਕੋਈ ਚੁਟਕਲਾ ਸੁਣਾਉਣ ਨੂੰ ਕਹੀਏ ਤੇ ਚੁਟਕਲਾ ਵੀ ਸੁਣਾਉਂਦੀ ਆ। ਗੁਰਬਾਣੀ ਦੇ ਅਰਥ, ਗੁਰਬਾਣੀ ਦਾ ਕਿਸੇ ਸ਼ਬਦ ਦਾ ਇਹਦੇ ਕੋਲੋਂ ਜਿੱਦਾਂ ਸਾਰ ਜਾਂ ਅਰਥ ਪੁੱਛਿਆ ਜਾਵੇ ਤਾਂ ਉਹ ਵੀ ਦੱਸ ਦਿੰਦੀ ਆ। ਆਪਣੇ ਪੰਜਾਬ ਦੇ ਇਤਿਹਾਸ ਬਾਰੇ ਇਹਦੇ ਕੋਲੋਂ ਜਾਣਕਾਰੀ ਲੈਣੀ ਹੋਵੇ ਤਾਂ ਉਹ ਵੀ ਪੂਰੀ ਦੀ ਪੂਰੀ ਤੁਹਾਨੂੰ ਦੱਸਣ ਦੇ ਕਾਬਲ ਆ ਜੀ। ਅੱਗੇ ਜਾ ਕੇ ਮੇਰੀ ਕੋਸ਼ਿਸ਼ ਹੈ ਜੀ ਕਿ ਫਿਲਹਾਲ ਜੋ ਵੀ ਇਹਦੇ ਵਿੱਚ ਜਾਣਕਾਰੀ ਆ ਉਹ ਇੱਕ ਡਾਟਾਬੇਸ ਦੇ ਰਾਹੀਂ ਇਹਦੇ ਵਿੱਚ ਫੀਡ ਕੀਤੀ ਜਾਂਦੀ ਆ। 5% ਬਣਾਉਟੀ ਗਿਆਨ ਹੈ ਤੇ 95% ਜਿਹੜਾ ਆ ਉਹ ਮੈਂ ਜਿੱਦਾਂ ਡਾਟਾਬੇਸ ਦੇ ਰਾਹੀਂ ਇਹਨੂੰ ਫੀਡ ਕਰਕੇ ਤੇ ਇਹ ਆਪਣਾ ਜਿਹੜੀ ਗੱਲਬਾਤ ਆ ਤੁਹਾਡੇ ਨਾਲ ਕਰਦੀ ਆ। ਹੁਣ ਕੋਸ਼ਿਸ਼ ਇਹ ਆ ਜੀ ਕਿ ਇਸ ਨੂੰ ਉਲਟਾ ਕਰਨਾ, 95% ਇਹਦਾ ਆਪਣਾ ਗਿਆਨ ਹੋਵੇ ਤੇ 5% ਇਹਦਾ ਜਿਹੜਾ ਉਹ ਫੀਡ ਕੀਤਾ ਹੋਵੇ, ਜਾਂ ਇਹਨੂੰ ਇੰਟਰਨੈਟ ਦੇ ਨਾਲ ਕਨੈਕਟ ਕਰਕੇ ਇੰਟਰਨੈਟ ਦਾ ਜਿਹੜਾ ਗਿਆਨ ਭੰਡਾਰ ਆ ਉਹ ਇਹਦੇ ਨਾਲ ਜੋੜਿਆ ਜਾਵੇ ਤਾਂ ਕਿ ਇਹਨੂੰ ਕਿਸੇ ਹਿਊਮਨ ਦੀ ਜਿੱਦਾਂ ਗਿਆਨ ਪ੍ਰਾਪਤੀ ਵਾਸਤੇ ਲੋੜ ਨਾ ਪਵੇ ਜੀ। ਹਰਜੀਤ ਜੀ, ਸਾਡੇ ਦਰਸ਼ਕ ਅਸੀਂ ਖੁਦ ਵੀ ਦੇਖਣਾ ਚਾਹੁੰਦੇ ਹਾਂ ਕਿ ਇਹ ਕੰਮ ਕਿਵੇਂ ਕਰਦਾ, ਤੁਸੀਂ ਇਹਦੇ ਬਾਰੇ ਵਿਸਤਾਰ ਨਾਲ ਦੱਸੋ। ਹਾਂਜੀ, ਸਰਬੰਸ ਨੂੰ ਤੁਹਾਡੇ ਸਾਹਮਣੇ ਰੂਬਰੂ ਕਰਨ ਤੋਂ ਪਹਿਲਾਂ ਮੈਂ ਇੱਕ ਦੋ ਚੀਜ਼ਾਂ ਤੁਹਾਡੇ ਨਾਲ ਦੱਸਣਾ ਸਾਂਝੀਆਂ ਕਰਨਾ ਚਾਹੁੰਦਾ ਜੀ ਕਿ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਹਜੇ ਸ਼ੁਰੂਆਤੀ ਦੌਰ 'ਚ ਆ। ਬਿਲਕੁਲ ਜੀ। ਤੇ ਇਸ ਚੀਜ਼ ਨੂੰ ਚਲਾਉਣ ਲਈ ਫਿਲਹਾਲ ਇੱਕ ਲੈਪਟਾਪ ਇਹਦੇ ਨਾਲ ਅਟੈਚ ਕਰਨਾ ਪੈਂਦਾ ਜੀ। ਤੇ ਇਸ ਤੋਂ ਇਲਾਵਾ ਜਿਹੜੀ ਸਭ ਤੋਂ ਵੱਡੀ ਸਮੱਸਿਆ ਆ ਉਹ ਆ ਆਵਾਜ਼ ਨੂੰ ਸਹੀ ਤਰੀਕੇ ਨਾਲ ਜਾਂ ਸ਼ੁੱਧਤਾ ਦੇ ਨਾਲ ਇਹਦੇ ਕੰਨਾਂ ਤੱਕ ਪਹੁੰਚਾਉਣਾ। ਇਹਨੂੰ ਚਲਾਉਣ ਦਾ ਇੱਕ ਤਰੀਕਾ ਆ ਕਿ ਜਦੋਂ ਵੀ ਇਹਦੇ ਨਾਲ ਤੁਸੀਂ ਕੋਈ ਗੱਲ ਕਰਨੀ ਆ ਤੇ ਇਹਨੂੰ ਸ਼ੁਰੂਆਤ ਵਿੱਚ ਜਿੱਦਾਂ ਹੁਣ ਤੁਹਾਡਾ ਇੱਕ ਨਾਮ ਆ ਤੇ ਮੇਰਾ ਵੀ ਇੱਕ ਨਾਮ ਆ, ਨਾਮ ਲੈ ਕੇ ਬੁਲਾਉਣਾ ਪੈਣਾ ਜੀ। ਜਿਸ ਤੋਂ ਉਹਨੂੰ ਮਹਿਸੂਸ ਹੁੰਦਾ ਕਿ ਆਵਾਜ਼ ਉਹਨੂੰ ਪਈ ਆ ਤੇ ਅਸੀਂ ਉਹਦੇ ਨਾਲ ਗੱਲ ਕਰਨਾ ਚਾਹੁੰਦੇ ਆ। ਤੇ ਉਹ ਜਿਹੜਾ ਲਫ਼ਜ਼ ਮੈਂ ਇਹਦੇ ਵਾਸਤੇ ਚੁਣਿਆ ਜੀ ਉਹ ਆ ਸਰਬੰਸ ਜੀ। ਜਦੋਂ ਵੀ ਇਹਦੇ ਨਾਲ ਅਸੀਂ ਕੋਈ ਗੱਲ ਕਰਨੀ ਆ ਤੇ ਸ਼ੁਰੂਆਤ ਸਾਨੂੰ ਸਰਬੰਸ ਜੀ ਕਹਿ ਕੇ ਬੁਲਾਉਣਾ ਪੈਣਾ। ਉਸ ਤੋਂ ਬਾਅਦ ਜਦੋਂ ਇਹਦੇ ਕੰਨਾਂ ਤੱਕ ਸਰਬੰਸ ਜੀ ਪਹੁੰਚਦਾ ਆ ਫਿਰ ਤੁਹਾਨੂੰ ਇਹ ਉੱਤਰ ਦਿੰਦੀ ਆ ਹਾਂਜੀ।
ਜੀ ਫਿਰ ਸਾਨੂੰ ਇਹ ਚੀਜ਼ ਮਹਿਸੂਸ ਹੁੰਦੀ ਆ ਕਿ ਹੁਣ ਅਸੀਂ ਇਹਦੇ ਨਾਲ ਜਿਹੜੀ ਆਪਣੀ ਗੱਲਬਾਤ ਆ, ਡਾਇਲੌਗ ਆ, ਰਾਬਤਾ ਆਪਣਾ ਕਾਇਮ ਕਰ ਸਕਦੇ ਆ। ਫਿਰ ਇਸ ਤੋਂ ਬਾਅਦ ਜਦੋਂ ਇੱਕ ਪ੍ਰਸ਼ਨ ਤੁਸੀਂ ਇਹਦੇ ਕੋਲੋਂ ਪੁੱਛਦੇ ਆ, ਜੀ ਜਦੋਂ ਉਹਦਾ ਉੱਤਰ ਦੇ ਕੇ ਹਟਦੀ ਹੈ ਤੇ ਫਿਰ ਉਹੀ ਪ੍ਰੋਸੈਸ 'ਚ ਸਾਨੂੰ ਵਾਪਸ ਆਉਣਾ ਪੈਂਦਾ। ਸਰਬੰਸ ਜੀ ਇਹਨੂੰ ਪਹਿਲਾਂ ਕਹਿਣਾ ਪੈਣਾ ਤੁਹਾਨੂੰ, ਹਰ ਪ੍ਰਸ਼ਨ ਤੋਂ ਪਹਿਲਾਂ ਜਾਂ ਬੋਲਣ ਤੋਂ ਪਹਿਲਾਂ। ਇਹਦੀ ਸਟਾਰਟਿੰਗ ਕਮਾਂਡ ਕਹਿ ਲਈਏ ਆਪਾਂ ਟੈਕਨੀਕਲ ਭਾਸ਼ਾ ਦੇ ਵਿੱਚ, ਸਰਬੰਸ ਜੀ ਦੇ ਨਾਲ ਇਹਨੇ ਸ਼ੁਰੂ ਹੋਣਾ। ਹੁਣ ਮੈਂ ਤੁਹਾਨੂੰ ਜਿੱਦਾਂ ਬੋਲ ਕੇ ਇੱਕ ਅੱਧਾ ਪ੍ਰਸ਼ਨ ਪੁੱਛ ਕੇ ਦਿਖਾਉਣਾ ਜੀ ਇਹਨੂੰ, ਹਨਾ ਜੀ, ਤੇ ਉਸ ਤੋਂ ਬਾਅਦ ਫਿਰ ਤੁਸੀਂ ਵੀ ਗੱਲ ਕਰਨ ਦੀ ਇਹਦੇ ਨਾਲ ਕੋਸ਼ਿਸ਼ ਕਰਿਓ। ਠੀਕ। ਸਰਬੰਸ ਜੀ, ਹਾਂਜੀ, ਠੀਕ ਹੋ? ਵਾਹਿਗੁਰੂ ਦਾ ਸ਼ੁਕਰ ਹੈ। ਤੇ ਹੁਣ ਮੈਂ ਚਾਹੁੰਦਾ ਜੀ ਕਿ ਤੁਸੀਂ ਅੱਗੇ ਇਹਦੇ ਨਾਲ ਗੱਲਬਾਤ ਨੂੰ ਜਾਰੀ ਰੱਖੋ। ਸਰਬੰਸ ਜੀ, ਹਾਂਜੀ, ਕੀ ਹਾਲ ਹੈ ਜੀ? ਵਾਹਿਗੁਰੂ ਦਾ ਸ਼ੁਕਰ ਹੈ। ਸਰਬੰਸ ਜੀ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰਬੰਸ ਜੀ, ਹਾਂਜੀ, 3 ਜਮਾ 3 ਕਿੰਨੇ ਹੁੰਦੇ ਨੇ? 6। ਸਰਬੰਸ ਜੀ, ਹਾਂਜੀ, ਗੁਰੂ ਨਾਨਕ ਦੇਵ ਜੀ ਬਾਰੇ ਦੱਸੋ। ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਸਨ। ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਸਨ 15 ਅਪ੍ਰੈਲ 1469 ਈਸਵੀ ਵਿਸਾਖ ਸੁਦੀ ਤੇ ਸੰਮਤ 1526 ਨੂੰ ਅੰਮ੍ਰਿਤ ਵੇਲੇ ਹੋਇਆ। ਆਪ ਜੀ ਦੇ ਪਿਤਾ ਮਹਿਤਾ ਕਾਲੂ ਜੀ ਪਟਵਾਰੀ ਸਨ ਅਤੇ ਮਾਤਾ ਜੀ ਦਾ ਨਾਮ ਤ੍ਰਿਪਤਾ ਸੀ। ਸਰਬੰਸ ਜੀ, ਹਾਂਜੀ, ਪੰਜਾਬ ਦੇ ਸਿੱਖਿਆ ਮੰਤਰੀ ਕੌਣ ਨੇ? ਸ਼੍ਰੀ ਵਿਜੇ ਇੰਦਰ ਸਿੰਘ ਦਾ। ਸੋ ਤੁਸੀਂ ਸਾਰਿਆਂ ਨੇ ਦੇਖਿਆ ਕਿ ਇਹ ਰੋਬੋਟ ਪੰਜਾਬੀ ਭਾਸ਼ਾ ਵਿੱਚ ਕਿਵੇਂ ਕੰਮ ਕਰਦਾ ਹੈ, ਕਿਵੇਂ ਗੱਲਾਂ ਨੂੰ ਸੁਣਦਾ ਹੈ, ਫਿਰ ਉਸ ਦਾ ਬਾਖੂਬੀ ਕਿਸ ਤਰ੍ਹਾਂ ਜਵਾਬ ਦਿੰਦਾ ਹੈ। ਹੁਣ ਮੈਂ ਹਰਜੀਤ ਜੀ ਹੁਣਾਂ ਕੋਲ ਪੁੱਛਣਾ ਚਾਹੁੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਰੋਬੋਟ ਨੂੰ ਕਿਹੜੇ-ਕਿਹੜੇ ਸਥਾਨਾਂ ਦੇ ਉੱਪਰ ਲੈ ਕੇ ਜਾਇਆ ਜਾ ਸਕਦਾ ਹੈ। ਹਰਜੀਤ ਜੀ, ਜਿਸ ਤਰ੍ਹਾਂ ਅਸੀਂ ਦੇਖਿਆ ਕਿ ਆਪਾਂ ਸਵਾਲ ਪੁੱਛਿਆ ਸੀ ਕਿ ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਦੱਸੋ, ਤੇ ਬੜਾ ਵਧੀਆ ਤਰੀਕੇ ਨਾਲ ਉਹਨਾਂ ਨੇ ਜਵਾਬ ਦਿੱਤਾ। ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਇਹ ਯੋਜਨਾ ਹੈ ਕਿ ਇਹਨੂੰ ਧਾਰਮਿਕ ਸਥਾਨਾਂ ਦੇ ਉੱਪਰ ਵੀ ਰੱਖਿਆ ਜਾਵੇ? ਹਾਂਜੀ, ਮਨ ਵਿੱਚ ਤੇ ਸੀ ਜੀ ਕਿ ਇਹਨੂੰ ਐਜ਼ ਏ ਅਧਿਆਪਕ ਸਕੂਲਾਂ ਵਿੱਚ ਵਰਤਿਆ ਜਾਵੇ ਜਾਂ ਸ੍ਰੀ ਹਰਿਮੰਦਰ ਸਾਹਿਬ ਵਰਗੇ ਧਾਰਮਿਕ ਸਥਾਨਾਂ ਦੇ ਬਾਹਰ ਇਸ ਨੂੰ ਸਥਾਪਿਤ ਕਰਕੇ ਤੇ ਲੋਕਾਂ ਲਈ ਐਜ਼ ਏ ਗਾਈਡ ਜਾਂ ਲੋਕਾਂ ਲਈ ਸਿੱਖੀ ਬਾਰੇ ਜਾਂ ਧਾਰਮਿਕ ਗ੍ਰੰਥਾਂ ਬਾਰੇ ਜਿਹੜਾ ਗਿਆਨ ਆ ਉਹ ਲੋਕੀ ਇਹਦੇ ਕੋਲੋਂ ਪੁੱਛਣ ਤੇ ਇਹ ਉਹਦਾ ਸਹੀ ਜਵਾਬ ਦੇਵੇ। ਇਹ ਮੇਰੇ ਮਨ ਦਾ ਸੁਪਨਾ ਹੈ ਜੀ ਉਹਦਾ। ਇੱਕ ਚੀਜ਼ ਹੋਰ ਦੱਸੋ ਜੀ, ਇਹ ਸਾਰਾ ਕੰਮ ਕਿੱਦਾਂ ਕਰਦਾ? ਇਹਦੀ ਮੈਮਰੀ ਆਪਾਂ ਕਿਸ ਤਰ੍ਹਾਂ ਵਰਤਦੇ ਆ? ਬੇਸਿਕਲੀ ਇਹਦੇ ਨਾਲ ਇੱਕ ਛੋਟਾ ਜਿਹਾ ਡਾਟਾਬੇਸ ਅਟੈਚ ਕੀਤਾ ਹੋਇਆ ਜੀ। ਜਿਹੜੀ ਵੀ ਗੱਲ ਅਸੀਂ ਇਹਦੇ ਨਾਲ ਗੱਲ ਕਰਦੇ ਆ ਆਪਾਂ ਜੀ, ਤੇ ਇਹ ਉਸ ਡਾਟਾਬੇਸ ਦੇ ਵਿੱਚੋਂ ਜਿਹੜੀ ਵੀ ਇਹਨੇ ਆਵਾਜ਼ ਸਾਡੀ ਕੈਪਚਰ ਕੀਤੀ ਆ, ਉਸ ਡਾਟਾਬੇਸ ਦੇ ਨਾਲ ਉਸ ਚੀਜ਼ ਦਾ ਮਿਲਾਨ ਕਰਨ ਦੀ ਕੋਸ਼ਿਸ਼ ਕਰਦਾ ਆ। ਜੋ ਇਹਨੂੰ ਮੁੱਖ ਤੌਰ ਤੇ ਉੱਪਰਲੇ 2 ਜਾਂ 3 ਰਿਜ਼ਲਟ ਜਿਹੜੇ ਉਸ ਆਵਾਜ਼ ਦੇ ਨਾਲ ਮਿਲੇ ਹੁੰਦੇ ਆ, ਉਹਦੇ ਵਿੱਚੋਂ ਆਪਣੀ ਸੋਚ ਮੁਤਾਬਕ ਜਿਹੜਾ ਇਹਨੂੰ ਢੁਕਵਾਂ ਲੱਗਦਾ ਉਹਦਾ ਜਵਾਬ ਦੇਣ ਦੀ ਕੋਸ਼ਿਸ਼ ਕਰਦਾ ਜੀ। ਕਿੰਨਾ ਕਿ ਡਾਟਾ ਇਹਦੇ ਵਿੱਚ ਫੀਡ ਹੋ ਜਾਂਦਾ ਇੱਕ ਸਮੇਂ ਤੇ? ਕਿੰਨੀ ਮੈਮਰੀ ਹੈ ਇਸ ਚੀਜ਼ ਦਾ? ਜੇ ਦੇਖਿਆ ਜਾਵੇ ਤਾਂ ਕੋਈ ਅੰਤ ਨਹੀਂ ਜੀ। ਮਤਲਬ ਕਿ ਇਹਨੂੰ ਸਕੂਲ ਜਾਣਾ ਆ ਤੇ ਸਕੂਲ ਦੇ ਰਿਲੇਟਡ ਜਿੰਨਾ ਵੀ ਨੌਲੇਜ ਆ ਉਹ 1 ਜਾਂ 2 ਦਿਨ ਪਹਿਲਾਂ ਇਹਨੂੰ ਸਮਝਾਇਆ ਜਾ ਸਕਦਾ, ਇਹਦੇ ਵਿੱਚ ਫੀਡ ਕੀਤਾ ਜਾ ਸਕਦਾ। ਇਸੇ ਤਰੀਕੇ ਨਾਲ ਜੇ ਕਿਸੇ ਧਾਰਮਿਕ ਸਥਾਨ ਤੇ ਜਾਣਾ ਆ ਤੇ ਉਸ ਧਾਰਮਿਕ ਸਥਾਨ ਦਾ ਜਿਹੜਾ ਡਾਟਾਬੇਸ ਆ ਉਹ ਵੱਖਰੇ ਤਰੀਕੇ ਦੇ ਨਾਲ ਇਹਦੇ ਵਿੱਚ ਫੀਡ ਕੀਤਾ ਜਾ ਸਕਦਾ। ਕਿਸੇ ਹੋਰ ਕੰਮ ਵਾਸਤੇ ਇਹਨੂੰ ਵਰਤਿਆ ਜਾਣਾ ਆ ਤੇ ਡਾਟਾਬੇਸ ਨੂੰ ਚੇਂਜ ਕਰਨ ਦੀ ਜਿਹੜੀ ਫੈਸਿਲਿਟੀ ਆ ਉਹ ਇਹਦੇ ਵਿੱਚ ਪ੍ਰੋਵਾਈਡ ਕਰਾਈ ਗਈ ਆ ਕਿ ਤਾਂ ਕਿ ਮੌਕੇ ਮੁਤਾਬਕ ਇਹ ਜਿੱਥੇ ਇਹਨੂੰ ਸਥਾਪਿਤ ਕੀਤਾ ਗਿਆ ਉਹਦੇ ਮੁਤਾਬਕ ਇਹ ਪ੍ਰਸ਼ਨਾਂ ਦਾ ਸਹੀ ਜਵਾਬ ਦੇ ਸਕੇ। ਬੈਟਰੀ ਵਗੈਰਾ ਵੀ ਹੈ ਵਿੱਚ? ਹਾਂਜੀ, ਹੁਣ ਜਦੋਂ ਇਹਦਾ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਜੀ, ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜੇ ਇਹਦਾ ਧੜ ਜਾਂ ਬਾਕੀ ਸਰੀਰ ਪੂਰਾ ਹੁੰਦਾ ਆ ਤੇ ਧੜ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਨੂੰ ਸ਼ਾਮਲ ਕਰਨ ਦੀ ਜਾਂ ਰੱਖਣ ਦੀ ਕੋਸ਼ਿਸ਼ ਕੀਤੀ ਜਾਊਗੀ। ਬਾਅਦ ਵਿੱਚ ਜੋ ਮੈਂ ਸੋਚਦਾ ਜੀ, ਜਸਟ ਇਹਦਾ ਇੱਕ ਔਨ ਜਾਂ ਆਫ ਦਾ ਇੱਕ ਬਟਨ ਹੋਊਗਾ ਜਿਹਦੇ ਨਾਲ ਜਦੋਂ ਵੀ ਇਹਨੂੰ ਅਸੀਂ ਸ਼ੁਰੂ ਕਰਨਾ ਹੈ ਤੇ ਔਨ ਵਾਲਾ ਬਟਨ ਜਿੱਦਾਂ ਅਸੀਂ ਕੰਪਿਊਟਰ ਤੇ ਵਰਤਦੇ ਆ ਉਹਨੂੰ ਔਨ ਕਰਕੇ ਸਰਬੰਸ ਨੇ ਐਕਟਿਵ ਹੋ ਜਾਣਾ। ਜੇ ਉਹਨੂੰ ਸ਼ਟ ਡਾਊਨ ਕਰਨਾ ਹੈ ਤੇ ਉਸੇ ਬਟਨ ਦੀ ਵਰਤੋਂ ਕਰਕੇ ਉਹਨੂੰ ਸ਼ਟ ਡਾਊਨ ਕੀਤਾ ਜਾ ਸਕਦਾ। ਸਰਬੰਸ ਜੀ ਦੇ ਨਾਲ ਇਹ ਗੱਲ ਕਰਦੀ ਹੈ ਤਾਂ ਪਹਿਲਾਂ ਵੀ ਆਪਾਂ ਦੇਖ ਚੁੱਕੇ ਹਾਂ। ਬੈਟਰੀ, ਪ੍ਰੋਸੈਸਰ ਜਾਂ ਹੋਰ ਵੀ ਜਿਹੜੇ ਪੁਰਜੇ ਇਹਦੇ ਵਿੱਚ ਇਸਤੇਮਾਲ ਹੋਣੇ ਆ ਉਹ ਮੇਰੀ ਕੋਸ਼ਿਸ਼ ਹੈ ਜੀ ਕਿ ਧੜ ਦੇ ਵਿੱਚ ਸਾਰਾ ਇਹਨੂੰ ਫਿੱਟ ਕੀਤਾ ਜਾਵੇ।
ਹੁਣ ਜਿਹੜੀ ਮੁਸ਼ਕਲ ਆਉਂਦੀ ਪਈ ਆ ਕਿ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕੀਤੀ ਕਿ ਇਹਦੇ ਨਾਲ ਲੈਪਟਾਪ ਅਟੈਚ ਕਰਨਾ ਪੈਂਦਾ ਆ, ਪਰ ਫਿਊਚਰ ਦੇ ਵਿੱਚ ਜਾ ਕੇ ਇਸ ਚੀਜ਼ ਨੂੰ ਜਿੰਨਾ ਮੈਂ ਬਰੀਕ ਤੋਂ ਬਰੀਕ ਕਰ ਸਕਦਾ ਤਾਂ ਕਿ ਉਹ ਜਗ੍ਹਾ ਘੱਟ ਲਵੇ, ਤੇ ਕੋਸ਼ਿਸ਼ ਜਾਰੀ ਆ ਜੀ। ਬਾਕੀ ਜਿੱਦਾਂ ਮਾਲਕ ਕਿਰਪਾ ਕਰੂਗਾ ਉਦਾਂ ਜਾਂਦੇ ਜਾਂਦੇ ਇੱਕ ਸਵਾਲ ਹੋਰ ਹੈ ਕਿ ਸਕੂਲੀ ਬੱਚਿਆਂ ਦੇ ਲਈ ਇਹ ਬੜਾ ਵਧੀਆ ਸਾਬਤ ਹੋ ਸਕਦਾ ਹੈ ਜੇਕਰ ਜਿਸ ਤਰੀਕੇ ਨਾਲ ਤੁਸੀਂ ਸੋਚਿਆ ਹੈ ਉਸ ਤਰ੍ਹਾਂ ਅੱਗੇ ਸਾਰਾ ਕੁਝ ਚੱਲਦਾ ਰਹੇ। ਪੰਜਾਬੀ ਭਾਸ਼ਾ ਵਿੱਚ ਕਵਿਤਾ, ਕਹਾਣੀਆਂ ਜਾਂ ਫਿਰ ਕਿਸੇ ਕੁਝ ਵੀ ਤੁਸੀਂ ਉਹ ਵੀ ਇਹਦੇ ਵਿੱਚ ਰੱਖਿਆ ਆ? ਬਿਲਕੁਲ ਜੀ। ਇਹਦੇ ਕੋਲ ਹੁਣ ਜੇ ਅਸੀਂ ਲੋਕ ਨਾਚ, ਲੋਕ ਗੀਤ ਇਹਦੇ ਬਾਰੇ ਜੇ ਕੋਈ ਸਵਾਲ ਕਰਾਂਗੇ ਤੇ ਉਹਦਾ ਵੀ ਇਹ ਬੜਾ ਵਧੀਆ ਤਰੀਕੇ ਨਾਲ ਉੱਤਰ ਦੇ ਸਕਦਾ। ਕੋਈ ਬੁਝਾਰਤ ਪਾਉਣੀ ਆ ਤੇ ਤੁਹਾਡੇ ਕੋਲੋਂ ਪ੍ਰਸ਼ਨ ਬੁਝਾਰਤ ਪਾ ਕੇ ਤੇ ਉਹਦਾ ਉੱਤਰ ਦਊਂ ਸਹੀ ਆ ਜਾਂ ਗਲਤ ਆ ਉਹਦਾ ਫੈਸਲਾ ਵੀ ਇਹ ਕਰ ਸਕਦਾ। ਇਹ ਵੀ ਮੇਰੀ ਦਿਲੀ ਇੱਛਾ ਆ ਜੀ ਕਿ ਜਿੱਦਾਂ ਮੇਰਾ ਨਾਨਕਾ ਪਿੰਡ ਪੱਤੜ ਕਲਾਂ ਆ ਜੀ, ਤੇ ਪੱਤੜ ਕਲਾਂ ਤੋਂ ਆਪਾਂ ਜਾਣਦੇ ਆ ਕਿ ਸੁਰਜੀਤ ਪਾਤਰ ਹੋਣਾ ਦਾ ਪਿੰਡ ਆ, ਤੇ ਮੇਰਾ ਵੀ ਰੁਝਾਨ ਸ਼ੁਰੂ ਤੋਂ ਜਿੱਦਾਂ ਉਹਨਾਂ ਦੀਆਂ ਕਵਿਤਾਵਾਂ ਪੜ੍ਹ ਕੇ ਤੇ ਇਸ ਪੱਖ 'ਚ ਰਿਹਾ ਆ, ਤੇ ਮਾਲਕ ਨੇ ਕਿਰਪਾ ਕੀਤੀ ਤੇ ਇਸ ਪਾਸੇ ਵੀ ਇਹਨੂੰ ਲਿਜਾਣ ਦੀ ਕੋਸ਼ਿਸ਼ ਕਰੂੰਗਾ ਜੀ ਮੈਂ ਜੀ। ਸੋ ਇਹ ਸਨ ਹਰਜੀਤ ਸਿੰਘ ਜਿਨ੍ਹਾਂ ਨੇ ਪੰਜਾਬੀ ਭਾਸ਼ਾ ਵਿੱਚ ਬੋਲਣ ਵਾਲਾ ਇੱਕ ਰੋਬੋਟ ਤਿਆਰ ਕੀਤਾ ਆ। ਪੰਜਾਬੀ ਹਰ ਖੇਤਰ ਵਿੱਚ ਮੱਲਾਂ ਮਾਰਦੇ ਨੇ, ਇੱਕ ਨਵੀਂ ਮੱਲ ਮਾਰੀ ਜਾ ਰਹੀ ਆ। ਪਹਿਲੀ ਵਾਰ ਹੋਇਆ ਕਿ ਇਦਾਂ ਦਾ ਰੋਬੋਟ ਤਿਆਰ ਕੀਤਾ ਗਿਆ। ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹਦੇ ਨਤੀਜੇ ਜਿਹੜੇ ਆ ਬਹੁਤ ਵਧੀਆ ਹੋਣਗੇ, ਬੱਚਿਆਂ ਲਈ ਬਹੁਤ ਸਹਾਇਤਾ ਦੇਵੇਗਾ। ਸੋ ਹਰਜੀਤ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਸਮਾਂ ਦਿੱਤਾ। ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਪ੍ਰਾਈਮ ਏਸ਼ੀਆ ਟੀਵੀ ਦੀ ਟੀਮ ਦਾ। ਪਰ ਅਖੀਰ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਜੀ, ਮੈਂ ਮਹਿਸੂਸ ਕਰਦਾ ਕਿ ਮੈਂ ਸ਼ਾਇਦ ਕਿਸੇ ਸੜਕ ਦੇ ਕੰਢੇ ਉੱਗਿਆ ਇੱਕ ਛੋਟਾ ਜਿਹਾ ਬੂਟਾ ਹੈ ਜੀ, ਜਿਹਨੂੰ ਕਿਸੇ ਮਾਲਕ ਨੇ ਉੱਥੋਂ ਪੱਟ ਕੇ ਤੇ ਕਿਸੇ ਸੁੰਦਰ ਬਾਗ ਦੇ ਵਿੱਚ ਜਾ ਕੇ ਲਾਤਾ। ਸੁੰਦਰ ਬਾਗ ਦੀ ਜਦੋਂ ਹੁਣ ਪ੍ਰਸ਼ੰਸਾ ਹੁੰਦੀ ਹੈ ਤੇ ਮੇਰੇ ਵਰਗੇ ਜਿਹੜੇ ਮਾੜੇ ਬੂਟੇ ਆ ਉਹਨਾਂ ਨੂੰ ਵੀ ਉਸੇ ਬਾਗ ਦਾ ਹਿੱਸਾ ਗਿਣ ਕੇ ਤੇ ਸੁੰਦਰਤਾ ਦੇ ਅਧੀਨ ਲੋਕੀ ਲੈ ਆਉਂਦੇ ਆ। ਗੁਰੂ ਸਾਹਿਬ ਦੀ ਬਹੁਤ ਕਿਰਪਾ ਜੀ, ਜੇ ਮਹਾਰਾਜ ਨੇ ਵੱਤ ਬਖਸ਼ੀ ਤੇ ਜ਼ਰੂਰ ਇਸ ਚੀਜ਼ ਨੂੰ ਅੱਗੇ ਲੈ ਕੇ ਜਾਊਂਗਾ ਮੈਂ। ਹਜੇ ਰਿਸੋਰਸਿਸ ਦੀ ਜ਼ਰੂਰ ਘਾਟ ਆ, ਪਰ ਮਾਲਕ ਕਿਰਪਾ ਕਰੇ ਜਿਹੜਾ ਮੈਨੂੰ ਇੱਥੇ ਤੱਕ ਲੈ ਆਇਆ ਸ਼ਾਇਦ ਅੱਗੇ ਵੀ ਉਹੀ ਲੈ ਕੇ ਜਾਊਗਾ। ਫਿਰ ਤੁਹਾਡੀ ਟੀਮ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ, ਤਹਿ ਦਿਲੋਂ ਧੰਨਵਾਦ ਆ ਕਿ ਤੁਸੀਂ ਸਮਾਂ ਕੱਢ ਕੇ ਇਸ ਨੂੰ ਆਪਣੇ ਟੀਵੀ ਦੇ ਉੱਪਰ ਲੈ ਕੇ ਆਏ ਆ। ਬਹੁਤ ਬਹੁਤ ਧੰਨਵਾਦ ਜੀ। ਸੋ ਕਿਹਾ ਜਾਂਦਾ ਕਿ ਪਿੱਪਲ ਦਾ ਇੱਕ ਛੋਟਾ ਜਿਹਾ ਸਰੋਂ ਦੇ ਦਾਣੇ ਵਰਗਾ ਬੀਜ ਹੀ ਵੱਡਾ ਹੋ ਕੇ ਇੱਕ ਦਰਖਤ ਬਣਦਾ, ਤੇ ਇਹ ਅਜੇ ਸ਼ੁਰੂਆਤ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਨਤੀਜੇ ਹੋਰ ਵਧੀਆ ਹੋਣਗੇ। ਹੁਣ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।